पंजाब परदेसा नू प्रोग्राम दे विच तुहाडा स्वागत है। तो मैं हाँ तुहाडी होस्ट डॉक्टर पल्लवी। दोस्तों अज अपने इस शो दे विच असीं गल करांगे मॉरिशस जाण बारे। तो इस बारे डिस्कशन करने के लिए साडे नाल मौजूद ने CICS ग्रुप यानी कि क्राउन इमीग्रेशन कंसलटेंट सर्विसेज प्राइवेट लिमिटेड के डायरैक्टर धर्मजीत सिंह सैनी जी। सर तुहाडा साडे शो दे विच बहुत बहुत स्वागत है। थैंक यू। धन्यवाद। मेरा सारे देखने वाले दर्शकों नू नमस्ते, सत श्री अकाल। And I want to welcome the delegates of Mauritius. Their name are Tasneem and Moniza. I welcome you both in our show. Thank you so much. ਹੁਣ ਮੈਂ ਸਾਡੇ ਸਰ ਤੋਂ ਸ਼ੁਰੂ ਕਰਨਾ ਚਾਹੁੰਦੀ ਹਾਂ। ਸਰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਮੌਰੀਸ਼ੀਅਸ ਵੇਅਰ ਇਜ਼ ਇਟ, ਕਿੱਥੇ ਹੈ ਮੌਰੀਸ਼ੀਅਸ? ਸੋ ਅਗਰ ਅਸੀਂ ਮੌਰੀਸ਼ੀਅਸ ਦੀ ਗੱਲ ਕਰੀਏ, ਮੌਰੀਸ਼ੀਅਸ ਇੰਡੀਅਨ ਆਪਸ਼ਨ ਟੈਰੀਟਰੀ ਹੈਗੀ ਆ, ਬਿਲਕੁਲ ਇੰਡੀਆ ਦੇ ਐਡਜਾਈਨਿੰਗ ਅਫਰੀਕਾ ਦੇ ਐਡਜਾਈਨਿੰਗ ਪੈਂਦੀ ਹੈਗੀ ਆ। ਮੌਰੀਸ਼ੀਅਸ ਦੇ ਵਿੱਚ ਮੇਜਰਲੀ ਜਿਹੜੀ ਕਮਿਊਨਿਟੀ ਹੈਗੀ ਆ ਹਿੰਦੂਇਜ਼ਮ ਹੈਗੇ ਨੇ, ਮੋਰ ਦੈਨ 50% ਹਿੰਦੂਇਜ਼ਮ ਕਮਿਊਨਿਟੀ ਹੈਗੀ ਆ। ਇਸ ਤੋਂ ਇਲਾਵਾ 32% ਕ੍ਰਿਸਚਨਸ ਹੈਗੇ ਨੇ ਉੱਥੇ। ਸੋ ਕਾਫੀ ਜ਼ਿਆਦਾ ਉੱਥੇ ਸਾਡੀ ਇੰਦਰਾ ਗਾਂਧੀ ਯੂਨੀਵਰਸਿਟੀ ਵੀ ਹੈਗੀ ਆ। ਇਸ ਤੋਂ ਇਲਾਵਾ ਸਾਡਾ ਬੈਂਕ ਆਫ ਬਰੋਦਾ ਜਾਂ ਸਟੇਟ ਬੈਂਕ ਇਸ ਤਰ੍ਹਾਂ ਦੀ ਹੈਗੀ ਹੈ। ਤਾਂ ਮੇਜਰਲੀ ਬਿਜ਼ਨਸ ਦੇ ਵਿੱਚ ਜਿਹੜੇ ਸੈਟਲ ਲੋਕ ਨੇ ਜਾਂ ਵੈਲ ਸੈਟਲ ਇੰਡਸਟਰੀਅਲਸ ਨੇ ਸਾਰੇ ਇੰਡੀਅਨ ਹੈਗੇ ਨੇ। ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਅੱਜ ਮੌਰੀਸ਼ੀਅਸ ਨੂੰ ਸਟਾਰਟ ਕਰ ਰਹੇ ਹਾਂ ਉਹਨਾਂ ਸਾਰੇ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਆਈਲੈਟਸ ਨਹੀਂ ਕੀਤੀ ਹੋਈ ਹੈ ਜਾਂ ਵੀਜ਼ਾਸ ਰਿਫਿਊਜ਼ ਹੋਏ ਨੇ ਉਹਨਾਂ ਸਾਰਿਆਂ ਲਈ ਮੌਰੀਸ਼ੀਅਸ ਇੱਕ ਅੱਛਾ ਡੈਸਟੀਨੇਸ਼ਨ ਹੈਗਾ ਅੱਜ ਦੀ ਡੇਟ ਦੇ ਲਈ। ਜੀ ਸਰ, I want to ask you something. Why Mauritius? Yes, Mauritius has always been known as a tourism country, but now since the past 10 years the government has developed the education and it wants to, one of its policies to make Mauritius an educational hub. That's why we have lots of foreign university implanting in Mauritius now, when we are inviting international students and foreign students to come and study in the universities. Right now we have lots of foreign students coming to Mauritius because the prices are affordable, the cost of living is good, and the lifestyle is good, and the climate is good. So we have all the ingredients over there to make the student life happy. ਸਰ ਜਿੱਦਾਂ ਇਹਨਾਂ ਨੇ ਦੱਸਿਆ ਕਿ ਉੱਥੇ ਦਾ ਲਾਈਫ ਸਟਾਈਲ ਚੰਗਾ ਹੈ, ਬੈਟਰ ਓਪਰਚੁਨਿਟੀਜ਼ ਨੇ, ਬਟ ਸਡਨਲੀ ਮੌਰੀਸ਼ੀਅਸ ਕਿੱਦਾਂ ਇਮਰਜ ਹੋ ਗਿਆ? ਇਸ ਤੋਂ ਪਹਿਲਾਂ ਤਾਂ ਮੌਰੀਸ਼ੀਅਸ ਦੀ ਕਦੀ ਇੰਨੀ ਜ਼ਿਆਦਾ ਗੱਲ ਨਹੀਂ ਹੁੰਦੀ ਸੀ। ਵੀ ਯੂਜ਼ਡ ਟੂ ਟਾਕ ਅਬਾਊਟ ਕੈਨੇਡਾ, ਆਸਟ੍ਰੇਲੀਆ, ਅਮਰੀਕਾ। ਨਾਓ ਵਾਈ ਮੌਰੀਸ਼ੀਅਸ? ਬਿਕੋਜ਼ ਜਿੱਦਾਂ ਤੁਸੀਂ ਦੇਖਦੇ ਹੋ ਕਿ ਜਿੱਦਾਂ ਸਾਡੇ ਕੰਸਲਟੈਂਟ ਭਰਾ ਜਿੱਦਾਂ ਨਿਊਜ਼ਪੇਪਰ ਦੇ ਵਿੱਚ ਐਡਵਰਟਾਈਜ਼ਮੈਂਟ ਦਿੰਦੇ ਜਾਂ ਟੈਲੀਵਿਜ਼ਨ ਦੇ ਐਡਵਰਟਾਈਜ਼ਮੈਂਟ ਦਿੰਦੇ ਆ, ਕੰਪਨੀ ਉਹਨਾਂ ਦੇ ਨਾਲ ਕੰਟਰੀ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਪ੍ਰਮੋਟ ਹੋ ਜਾਂਦੀ ਹੈ। ਮੌਰੀਸ਼ੀਅਸ ਨੂੰ ਕਿਸੇ ਵੀ ਕੰਸਲਟੈਂਟ ਨੇ ਜਾਂ ਕਿਸੇ ਵੀ ਕੰਪਨੀ ਨੇ ਉਸ ਤਰੀਕੇ ਦੇ ਨਾਲ ਪ੍ਰਮੋਟ ਨਹੀਂ ਕੀਤਾ, ਜਿਸ ਕਰਕੇ ਮੌਰੀਸ਼ੀਅਸ ਨਹੀਂ ਸੀ। ਲੇਕਿਨ ਹੁਣ ਇੱਕ ਬਹੁਤ ਵੱਡੀ ਨੀਡ ਹੋ ਗਈ ਹੈ ਸਟੂਡੈਂਟ ਦੀ, ਕਿਉਂਕਿ ਮੌਰੀਸ਼ੀਅਸ ਦੇ ਵਿੱਚ ਸਭ ਤੋਂ ਵੱਡਾ, ਅਗਰ ਅੱਜ ਅਸੀਂ ਗੱਲ ਕਰੀਏ ਮੌਰੀਸ਼ੀਅਸ ਦੇ ਵਿੱਚ ਸਟੱਡੀ ਦੀ, ਸਟੂਡੈਂਟਸ ਦੀ, ਉੱਥੇ ਜਿਹੜਾ ਸਭ ਤੋਂ ਵੱਡਾ ਐਡਵਾਂਟੇਜ ਹੈਗਾ ਸਟੂਡੈਂਟ ਨੂੰ, ਫੀਸ ਸਟਰਕਚਰ ਬਹੁਤ ਲੋ ਹੈਗਾ। ਅਸੀਂ ਸਿੰਗਾਪੁਰ ਦੇ ਨਾਲ ਕੰਪੇਅਰ ਕਰਦੇ ਹਾਂ ਅਗਰ ਫੀਸ ਨੂੰ, ਤਾਂ ਮੋਰ ਦੈਨ 1 ਲੱਖ ਰੁਪਏ ਜਿਹੜਾ ਹੈਗਾ ਉਸ ਤੋਂ ਲੈਸ ਫੀਸ ਹੈਗੀ ਹੈ। ਅਗਰ ਅਸੀਂ ਮਲੇਸ਼ੀਆ ਦੇ ਨਾਲ ਜਾਂ ਥਾਈਲੈਂਡ ਦੇ ਨਾਲ ਕੰਪੇਅਰ ਕਰਦੇ ਹਾਂ ਮੌਰੀਸ਼ੀਅਸ ਨੂੰ, ਫੀਸ ਸਟਰਕਚਰ ਬਹੁਤ ਲੋ ਹੈਗੇ ਨੇ। ਲਿਵਿੰਗ ਐਕਸਪੈਂਸਿਸ ਜੇ ਅਸੀਂ ਬੱਚਾ ਇੱਕ ਮੌਰੀਸ਼ੀਅਸ ਜਾ ਕੇ $500 ਦੇ ਵਿੱਚ ਮੰਥਲੀ ਐਕਸਪੈਂਸਿਸ ਕਰਦਾ ਹੈ, ਲੇਕਿਨ ਮੌਰੀਸ਼ੀਅਸ ਦੇ ਵਿੱਚ ਉਹ $100 ਦੇ ਵਿੱਚ ਰਹਿ ਸਕਦਾ ਹੈ, ਖਾ ਪੀ ਸਕਦਾ ਹੈ, ਉਹਦਾ ਕਾਫੀ ਐਡਵਾਂਟੇਜ ਹੈਗਾ। ਉਸ ਤੋਂ ਬਾਅਦ ਰਾਈਟਸ, ਜਿੱਦਾਂ ਬੱਚੇ ਸਟੂਡੈਂਟ ਜਿਹੜੇ ਹੈਗੇ ਸਿੰਗਾਪੁਰ ਜਾਂਦੇ ਨੇ, ਉੱਥੇ ਵਰਕ ਰਾਈਟਸ ਨਹੀਂ ਹੈਗੇ ਬੱਚੇ ਨੂੰ। ਪਾਰਟ ਟਾਈਮ ਸਟੂਡੈਂਟ ਕੰਮ ਨਹੀਂ ਕਰ ਸਕਦਾ, ਲੇਕਿਨ ਮੌਰੀਸ਼ੀਅਸ ਦੇ ਵਿੱਚ ਸਟੂਡੈਂਟ ਪਾਰਟ ਟਾਈਮ ਕੰਮ ਵੀ ਕਰ ਸਕਦਾ ਹੈ। ਐਲੀਜੀਬਲ ਟੂ ਸਟੱਡੀ ਇਨ ਮੌਰੀਸ਼ੀਅਸ? Actually, in Mauritius, there are different courses. Based on the courses that the student wants to do, then the eligibility criteria kicks in. If a student wants to do an undergraduate course, then they will need to have a grade 12 with English and mathematics. If the person wants to do a diploma, then even a grade 10 is permissible for that. Okay, so it means we have all the courses. A student can opt any courses according to the eligibility criteria which you have just mentioned. All right. Sir, मैंने एक गल दसो कि ये तो इन्होंने दसता कि कोई भी जाके पढ़ सकता है, बट कि इत्थे दे स्टैंडर्ड दे अकॉर्डिंग उत्थे दी पढ़ाई इज इक्वल? यस, ये बड़ा अच्छा सवाल पूछा है डॉक्टर पल्लवी ने। जिस तरह कि ਅਸੀਂ ਗੱਲ ਕਰੀਏ ਅਗਰ ਜਿਹੜੀ ਸਟੈਂਡਰਡ ਦੀ ਪੜ੍ਹਾਈ ਦੀ ਮੌਰੀਸ਼ੀਅਸ ਜਿਹੜਾ ਹੈਗਾ UK ਦੀ ਟੈਰੀਟਰੀ ਹੈਗੀ ਹੈ, ਐਜ਼ ਲਾਈਕ ਇੰਡੀਆ UK ਦੇ ਅੰਡਰ ਹੀ ਰਿਹਾ ਹੈਗਾ ਮੌਰੀਸ਼ੀਅਸ ਮੈਨੀ ਈਅਰਸ। ਅਤੇ ਜੋ ਵੀ ਬੱਚੇ ਨੂੰ ਡਿਗਰੀ ਜਾਂ ਡਿਪਲੋਮਾ ਬੱਚਾ ਮੌਰੀਸ਼ੀਅਸ ਤੋਂ ਕਰਦਾ ਹੈਗਾ, ਉਹਨੂੰ UK ਦੀ ਰਿਕੋਗਨਾਈਜ਼ ਬਾਡੀ ਤੋਂ
ਡਿਪਲੋਮਾ ਜਾਂ ਡਿਗਰੀ ਉਹਦੇ ਹੱਥ ਦੇ ਵਿੱਚ ਆਏਗਾ। ਜਿਸ ਤਰ੍ਹਾਂ ਕਿ ਅਸੀਂ YK ਸਕੂਲ ਦੇ ਨਾਲ ਕੰਮ ਕਰ ਰਹੇ ਹਾਂ, ਸਾਡੇ ਰਿਪਰੈਜ਼ੈਂਟੇਟਿਵ ਸਕੂਲ ਦੇ ਇੱਥੇ ਸਾਡੇ ਨਾਲ ਮੌਜੂਦ ਨੇ। ਸੋ ਜੋ ਵੀ ਸਾਨੂੰ ਇਹ ਸਾਡੇ ਸਟੂਡੈਂਟਸ ਨੂੰ ਡਿਗਰੀ ਦਿੰਦੇ ਨੇ ਜਾਂ ਡਿਪਲੋਮਾ ਦਿੰਦੇ ਨੇ ਆਫਟਰ ਕੰਪਲੀਟ ਸਕਸੈਸਫੁਲ ਸਟੱਡੀ, ਉਹ ਟੋਟਲ UK ਤੋਂ ਰਿਕੋਗਨਾਈਜ਼ ਮਿਲਦਾ ਹੈਗਾ ਸਟੂਡੈਂਟ ਨੂੰ। ਸੋ UK ਜਿਹੜੀ ਪੜ੍ਹਾਈ ਦਾ ਲੈਵਲ ਹੈਗਾ, ਇੱਕ ਹੋਰ ਅਹਿਮ ਪੁਆਇੰਟ ਹੈਗਾ ਇੱਥੇ ਮੌਰੀਸ਼ੀਅਸ ਦੇ ਵਿੱਚ, ਜਿੱਦਾਂ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਫੋਰੀਨਰ ਸਟੂਡੈਂਟਸ ਹੈਗੇ ਨੇ ਬਾਹਰ MBBS ਕਰਨ ਜਾਂਦੇ ਨੇ, ਰਸ਼ੀਆ ਜਾਂਦੇ ਨੇ, ਬੈਲਾਰੂਸ ਜਾਂਦੇ ਨੇ ਜਾਂ ਹੋਰ ਕਈ ਕੰਟਰੀ ਦੇ ਵਿੱਚ ਜਾਂਦੇ ਨੇ, ਲੇਕਿਨ ਉੱਥੋਂ ਆਉਣ ਤੋਂ ਬਾਅਦ ਸਟੂਡੈਂਟ ਨੂੰ ਮੈਡੀਕਲ ਕਾਉਂਸਲ ਦੇ ਵਿੱਚ ਇੱਕ ਐਗਜ਼ਾਮ ਕੁਆਲੀਫਾਈ ਕਰਨਾ ਪੈਂਦਾ, ਦੈਨ ਉਹ ਇੰਡੀਆ ਦੇ ਵਿੱਚ ਐਜ਼ ਅ ਡਾਕਟਰ ਪ੍ਰੈਕਟਿਸ ਕਰ ਸਕਦਾ। ਲੇਕਿਨ ਮੌਰੀਸ਼ੀਅਸ ਦੇ ਵਿੱਚ ਹੁਣ ਸਾਡੀ ਗਵਰਨਮੈਂਟ ਦਾ ਤੇ ਮੌਰੀਸ਼ੀਅਸ ਦੀ ਗਵਰਨਮੈਂਟ ਦਾ ਇੱਕ ਇੰਟਰਨਲ ਐਗਰੀਮੈਂਟ ਵੀ ਸਟਾਰਟ ਹੋਇਆ ਜਾਂ ਉਹਦੇ ਉੱਪਰ ਡਿਸਕਸ਼ਨਸ ਵੀ ਚੱਲ ਰਹੀ ਹੈ ਕਿ ਅਗਰ ਮੌਰੀਸ਼ੀਅਸ ਦੇ ਵਿੱਚੋਂ ਬੱਚਾ ਮੈਡੀਕਲ ਦੀ ਸਟੱਡੀ MBBS ਕੰਪਲੀਟ ਕਰਕੇ ਆਉਂਦਾ, ਇੰਡੀਆ ਦੇ ਵਿੱਚ ਆ ਕੇ ਉਹਨੂੰ ਮੈਡੀਕਲ ਕਾਉਂਸਲ ਦਾ ਐਗਜ਼ਾਮ ਵੀ ਐਗਜ਼ੈਂਪਟ ਹੋਏਗਾ। ਸੋ ਇਟ ਮੀਨ ਸਾਡੀ ਕੁਆਲੀਫਿਕੇਸ਼ਨ ਦੇ ਨਾਲ ਰਿਲੇਟਡ ਕੁਆਲੀਫਿਕੇਸ਼ਨਸ ਹੈਗੀ ਹੈ ਔਰ ਹਾਈ ਲੈਵਲ ਦੀ ਕੁਆਲੀਫਿਕੇਸ਼ਨਸ ਹੈਗੀ ਹੈ ਮੌਰੀਸ਼ੀਅਸ ਦੀ। Right. So ma'am, I want to ask you something about the English level. Language, what kind of language do we speak in Mauritius and what are the other languages famous there, so that our viewers can get to know the exact picture of the languages there? Okay, so our official language is English and all courses are conducted in English, but our communication is in French, and we also have Hindi, but we speak mostly French when we communicate, or broken French, which is Creole, but all the courses are conducted in English. And people, you know, like we have Hindu population, they speak Bhojpuri and maybe Punjabi too, I don't know. ਜਿਸ ਤਰ੍ਹਾਂ ਮੋਨਾਲੀਜ਼ਾ ਮੈਡਮ ਨੇ ਗੱਲ ਕੀਤੀ ਹੈਗੀ, ਉਹਨਾਂ ਨੇ ਦੱਸਿਆ ਕਿ ਕਾਫੀ ਸਾਰੇ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਪੁੱਛਦੇ ਹੋ ਕਿ ਲੈਂਗੁਏਜ ਦੇ ਬਾਰੇ, ਕਿਉਂਕਿ ਉਸ ਕੰਟਰੀ ਦੇ ਵਿੱਚ ਹਿੰਦੂਇਜ਼ਮ, ਜਿੱਦਾਂ ਮੈਂ ਪਹਿਲਾਂ ਵੀ ਇਹ ਚੀਜ਼ ਕੰਟਰੀ ਦੇ ਬਾਰੇ ਰਿਪੀਟ ਕੀਤੀ ਹੈ ਕਿ ਮੋਰ ਦੈਨ 50% ਹਿੰਦੂ ਹੈਗੇ ਨੇ। ਸੋ ਉੱਥੇ ਹਿੰਦੀ ਲੈਂਗੁਏਜ ਵੀ ਬੋਲੀ ਜਾਂਦੀ। ਉਹਨਾਂ ਸਟੂਡੈਂਟ ਲਈ ਕਾਫੀ ਵੱਡਾ ਬੈਨੀਫਿਟ ਹੈਗਾ ਜਿਹੜੇ ਸਟੂਡੈਂਟ ਇੰਗਲਿਸ਼ ਤੋਂ ਡਰਦੇ ਹੈਗੇ ਨੇ, ਇੰਗਲਿਸ਼ ਨਹੀਂ ਆਉਂਦੀ ਜਾਂ ਉਹਨਾਂ ਦਾ ਲੈਵਲ ਜਿਹੜਾ ਇੰਗਲਿਸ਼ ਦੇ ਵਿੱਚ ਅੱਛਾ ਨਹੀਂ ਹੈ। Does it mean ਕਿ no IELTS? नो आइलट्स, यस बिल्कुल, आइलट्स ਦੀ ਤਾਂ ਕੋਈ ਰਿਕੁਆਇਰਮੈਂਟ ਹੈ ਹੀ ਨਹੀਂ। ਇਸ ਤੋਂ ਨਾਲ ਬੈਨੀਫਿਟ ਇਹ ਵੀ ਹੈਗਾ, ਜਦੋਂ ਸਟੂਡੈਂਟ ਜਾਂਦਾ ਉੱਥੇ ਜਾ ਕੇ ਕੰਮ ਦੀ ਭਾਲ ਕਰਦਾ ਹੈਗਾ, ਕੰਮ ਲੱਭਦਾ ਹੈਗਾ, ਲੇਕਿਨ ਸਟੂਡੈਂਟ ਨੂੰ ਲੈਂਗੁਏਜ ਨਹੀਂ ਆਉਂਦੀ, ਹਾਊ ਹੀ ਕੈਨ ਕਮਿਊਨੀਕੇਟ ਵਿਦ ਦੀ ਪੀਪਲ। ਲੇਕਿਨ ਇਸ ਕੰਟਰੀ ਦੇ ਵਿੱਚ ਜਾਣ ਦਾ ਇਹ ਵੀ ਇੱਕ ਸਟੂਡੈਂਟ ਨੂੰ ਕਾਫੀ ਵੱਡਾ ਐਡਵਾਂਟੇਜ ਹੈਗਾ ਕਿ ਉਹ ਹਿੰਦੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ, ਜਿੱਦਾਂ ਮੋਨਾਲੀਜ਼ਾ ਨੇ ਦੱਸਿਆ ਭੋਜਪੁਰੀ ਲੈਂਗੁਏਜ ਵੀ ਹੈਗੀ ਹੈ, ਉਹਨਾਂ ਲੈਂਗੁਏਜ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਕਮਿਊਨੀਕੇਟ ਕਰ ਸਕਦਾ ਹੈਗਾ ਔਰ ਆਪਣੀ ਜਿਹੜੀ ਸਟੱਡੀ ਹੈ ਉਹਨੂੰ ਪੂਰਾ ਕਰ ਸਕਦਾ ਔਰ ਸਕਸੈਸਫੁਲ ਉੱਥੇ settle ho sakta. So ma'am, please tell us, if a married couple wants to go there, wants to study there, what you want to say to the audience about this? I don't think it's a problem if they have the required qualifications. If they want to do undergraduate, postgraduate like MBAs, if they have the qualifications, they can. ਸਰ ਮੈਂ ਇਹਨਾਂ ਤੋਂ ਪੁੱਛਿਆ ਸੀ ਕਿ ਜਿਹੜੇ ਲੋਕੀ ਮੈਰਿਜ ਤੋਂ ਬਾਅਦ ਉੱਥੇ ਜਾ ਕੇ ਪੜ੍ਹਨਾ ਚਾਹੁੰਦੇ ਆ, ਉਹਨਾਂ ਦੇ ਸਪਾਊਸ ਦੇ ਲਈ ਵਰਕਿੰਗ ਕ੍ਰਾਈਟੇਰੀਆਸ ਕੀ ਨੇ? ਆਰ ਦੇ ਐਲੀਜੀਬਲ ਟੂ ਸਟੱਡੀ ਦੇ? ਕਿ ਉਹ ਐਲੀਜੀਬਲ ਹੈਗੇ ਨੇ ਉੱਥੇ ਪੜ੍ਹਨ ਲਈ? ਜਿਸ ਤਰ੍ਹਾਂ ਕਿ ਐਜ਼ ਪਰ ਗਵਰਨਮੈਂਟ ਲਾ ਜਾਂ ਉਹਨਾਂ ਦੀ ਇਮੀਗ੍ਰੇਸ਼ਨ ਅਥਾਰਟੀਜ਼ ਦੇ ਲਾ ਦੇ ਅਕੋਰਡਿੰਗਲੀ ਇਨੀਸ਼ੀਅਲ ਸਟੇਜ ਤੇ ਜਿਹੜੇ ਸਟੂਡੈਂਟ ਡਿਪਲੋਮਾ ਲਈ ਜਾ ਰਹੇ ਨੇ ਜਾਂ 10ਵੀਂ ਤੋਂ ਬਾਅਦ ਜਾਂ +2 ਤੋਂ ਬਾਅਦ ਜਾ ਰਹੇ ਨੇ, ਉਹ ਸਟੂਡੈਂਟ ਨਾਲ ਨਹੀਂ ਜਾ ਸਕਦੇ ਹੈਗੇ, ਐਜ਼ ਏ ਸਪਾਊਸ ਨਹੀਂ ਜਾ ਸਕਦੇ, ਲੇਕਿਨ ਉਹਨਾਂ ਨੂੰ ਜਿਹੜਾ ਡਿਪੈਂਡੈਂਟ ਵੀਜ਼ਾ ਨਹੀਂ ਮਿਲੇਗਾ, ਲੇਕਿਨ ਉਹ ਐਜ਼ ਏ ਟੂਰਿਸਟ ਜਾ ਸਕਦੇ ਨੇ। 3 ਮਹੀਨੇ ਦੇ ਲਈ ਉੱਥੇ ਰਹਿਣਗੇ, ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਆਉਣਾ ਪਏਗਾ, ਕੰਟਰੀ ਛੱਡਣੀ ਪਏਗੀ। ਲੇਕਿਨ ਅਗਰ ਇੱਕ ਸਟੂਡੈਂਟ ਉੱਥੇ ਗ੍ਰੈਜੂਏਸ਼ਨ ਲਈ ਜਾ ਰਿਹਾ ਜਾਂ ਮਾਸਟਰ ਡਿਗਰੀ ਲਈ ਜਾ ਰਿਹਾ, ਉਹ ਆਪਣੇ ਸਪਾਊਸ ਨੂੰ ਨਾਲ ਵੀ ਲਿਜਾ ਸਕਦਾ ਹੈ ਅਤੇ ਸਪਾਊਸ ਕੋਲੇ ਵਰਕ ਕਰਨ ਦੇ ਰਾਈਟਸ ਵੀ ਹੈਗੇ ਨੇ। ਸਪਾਊਸ ਐਜ਼ ਏ ਡਿਪੈਂਡੈਂਟ ਰਹਿ ਕੇ ਉੱਥੇ ਕੰਮ ਵੀ ਕਰ ਸਕਦਾ ਹੈਗਾ। ਮੈਮ ਪਲੀਜ਼ ਟੈਲ ਆਰ ਵਿਊਅਰਸ ਅਬਾਊਟ what is the study pattern, what is the study, the way you teach in college? Okay, normally all our courses for international students are full-time courses, and they have to attend all the lectures, and normally if they are working part-time, then they will be this will not be part of the okay, and we even have supports. Let's say if they are having some difficulties in English, then we can get them some help, and we can even get them to register with the British Council in Mauritius, which is free, so they can have more practice with their English as well. All right. Ma'am, are there any job opportunities available for the students who are studying there, part-time jobs? Yes, you know the government of Mauritius authorized students to come for full-time, to work 20 hours per week. They are allowed to do that, but if that's and after their study, if we have lots of Indian companies who are implanted in Mauritius, students who have finished their studies, like if they do the undergraduate course, they are getting jobs over there, and that's it. So that means there are job
opportunities for the students who want to work part-time there. Yeah, part-time there. Sir, ਸਭ ਤੋਂ ਪਹਿਲਾਂ मैं ਤੁਹਾਡੇ again एक question दोबारा पूछना चाहनी है कि बड़ी सारी इमिग्रेशन कंपनीज हैं, वाई CICS, वट स्पेशल CICS प्रोवाइड करता है साडे व्यूअर्स ਨੂੰ ਸਾਰੇ ਲੋਕਾਂ ਨੂੰ? ਸੋ ਇੱਥੇ ਇਹ ਗੱਲ ਹੋ ਜਾਏਗੀ ਕਿ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਲੀ ਗੱਲ ਦਾ ਸਵਾਲ ਪੁੱਛ ਲਿਆ ਤੁਸੀਂ ਕੁਝ ਇਸ ਤਰ੍ਹਾਂ ਦਾ, ਲੇਕਿਨ ਦੇਖੋ ਫਿਰ ਵੀ ਅਸੀਂ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਉਹਦਾ ਤੁਹਾਨੂੰ ਇੱਕ ਜਵਾਬ ਜ਼ਰੂਰ ਦੇਣਾ ਚਾਹਾਂਗਾ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੀ ਜਿਹੜੀ CICS ਹੈ, ਕਰੋਨ ਇਮੀਗ੍ਰੇਸ਼ਨ ਹੈਗੀ ਹੈ, ਅਸੀਂ ਆਲਵੇਜ਼ ਇਹੀ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਜਿਹੜੀ ਹੈਗੀ ਹੈ ਫਰੂਟਫੁਲ ਔਰ ਕਰੈਕਟ, ਐਕੂਰੇਟ ਔਰ ਟਰੂ ਇਨਫੋਰਮੇਸ਼ਨ ਜਿਹੜੀ ਹੈਗੀ ਆ ਆਪਣੇ ਸਟੂਡੈਂਟ ਨੂੰ, ਆਪਣੇ ਕਲਾਇੰਟਸ ਨੂੰ ਪ੍ਰੋਵਾਈਡ ਕਰੀਏ। ਸੋ ਅਸੀਂ ਆਪਣੇ ਸਟਾਫ ਨੂੰ ਵੀ ਇਹੀ ਲੀਡ ਕਰਦੇ ਹਾਂ, ਜਿਹੜੇ ਸਾਡੇ ਸਟਾਫ ਮੈਂਬਰਸ ਨੇ ਜਾਂ ਬ੍ਰਾਂਚਿਸ ਦੇ ਵਿੱਚ ਜਾਂ ਸਾਡੇ ਮੇਨ ਹੈੱਡ ਆਫਿਸ ਦੇ ਵਿੱਚ, ਉਹਨਾਂ ਨੂੰ ਆਲਵੇਜ਼ ਅਸੀਂ ਇਹੀ ਬਰੀਫ ਕਰਦੇ ਹਾਂ, ਇਹੀ ਇਨਫੋਰਮੇਸ਼ਨ ਇਹੀ ਟੀਚ ਕਰਦੇ ਹਾਂ, ਇਹੀ ਲੀਡ ਕਰਦੇ ਹਾਂ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਦੇਣੀ ਹੈਗੀ ਹੈ ਕਲਾਇੰਟ ਨੂੰ ਟਰੂ, ਐਗਜ਼ੈਕਟ, ਕਰੈਕਟ ਇਨਫੋਰਮੇਸ਼ਨ ਦੇਣੀ ਹੈ। ਸੋ ਉਹਨਾਂ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਿ ਫਰਾਡ ਤਾਂ ਬਥੇਰੇ ਨੇ ਮਾਰਕੀਟ 'ਚ, ਉਹਨਾਂ ਦੇ ਬਾਰੇ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸੋ ਦੇਖੋ, ਅਸੀਂ ਕਿਸੇ ਨੂੰ ਇਸ ਚੀਜ਼ ਇੱਥੇ ਮੁਨਾਸਿਬ ਨਹੀਂ ਹੈਗੀ ਕਿ ਮੈਂ ਕਿਸੇ ਦੀ ਨਖੇਦੀ ਕਰੀਏ, ਲੇਕਿਨ ਅਸੀਂ ਇੱਕ ਮੈਸੇਜ ਮੈਂ ਇਸ ਚੈਨਲ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਜ਼ਰੂਰ ਲੋਕਾਂ ਨੂੰ ਦੇਣਾ ਚਾਹਾਂਗਾ ਕਿ ਤੁਸੀਂ ਨਿਊਜ਼ਪੇਪਰ ਦੇ ਵਿੱਚ ਜਾਂ ਟੈਲੀਵਿਜ਼ਨ ਦੇ ਵਿੱਚ ਬਹੁਤ ਵੱਡੀਆਂ ਐਡਵਰਟਾਈਜ਼ਮੈਂਟ ਦੇਖਦੇ ਹੈਗੇ ਹੋ, ਜਿਸ ਤਰ੍ਹਾਂ ਕਿ ਅਕਸਰ ਕੈਨੇਡਾ ਦਾ ਵਰਕ ਪਰਮਿਟ, ਨਿਊਜ਼ੀਲੈਂਡ ਦਾ ਵਰਕ ਪਰਮਿਟ, ਆਈਲੈਟਸ ਦੀ ਲੋੜ ਨਹੀਂ ਹੈ, 10ਵੀਂ ਪੜ੍ਹਿਆ ਵੀ ਜਾ ਸਕਦਾ, ਟਰੱਕ ਡਰਾਈਵਰ ਚਾਹੀਦੇ ਨੇ, ਫਲ ਤੋੜਨ ਵਾਲੇ ਚਾਹੀਦੇ ਨੇ। ਇਸ ਤਰ੍ਹਾਂ ਦਾ ਕੋਈ ਵੀ ਵਰਕ ਪਰਮਿਟ ਅੱਛੀ ਕਿਸੇ ਕੰਟਰੀ ਦੇ ਵਿੱਚ ਨਹੀਂ ਹੁੰਦਾ ਹੈਗਾ। ਕੁਝ ਬੋਗਸ ਵੀਜ਼ਾਸ ਪਾਸਪੋਰਟ ਦੇ ਉੱਪਰ ਪੇਸਟ ਕਰ ਦਿੰਦੇ ਨੇ। ਅਗਰ ਤੁਸੀਂ ਆਪਣੇ ਵੀਜ਼ਾ ਦੀ ਵੀ ਕੋਈ ਵੈਰੀਫਿਕੇਸ਼ਨ ਕਰਾਉਣੀ ਹੈ ਕਿ ਤੁਹਾਡਾ ਵੀਜ਼ਾ ਜੈਨੂਨ ਹੈ ਜਾਂ ਨਹੀਂ ਜੈਨੂਨ ਹੈ, ਉਹਦੀ ਵੀ ਅਸੀਂ ਵੈਰੀਫਿਕੇਸ਼ਨ ਤੁਹਾਡੀ ਵਿਦਨ 2 ਵਰਕਿੰਗ ਡੇਜ਼ ਕਰਵਾ ਕੇ ਅਸੀਂ ਐਮਬੈਸੀਜ਼ ਤੋਂ ਤੁਹਾਨੂੰ ਦੇ ਸਕਦੇ ਹਾਂ। ਰਿਟਨ ਦੇ ਵਿੱਚ ਉਹ ਲੈਟਰ ਆਏਗਾ। ਇਸ ਤੋਂ ਇਲਾਵਾ ਜਿਹੜੀਆਂ ਪਾਲਿਸੀਜ਼ ਨੇ, ਜਿਵੇਂ ਮੈਂ ਤੁਹਾਨੂੰ ਵਰਕ ਪਰਮਿਟ ਦੀ ਗੱਲ ਕੀਤੀ ਹੈ, ਲੋਕੀ ਬਹੁਤ ਤਰ੍ਹਾਂ ਦੇ ਵਰਕ ਪਰਮਿਟ ਦੀ ਬੋਗਸ ਔਰ ਫਾਲਸ ਕਮਿਟਮੈਂਟ ਕਰਕੇ ਲੋਕਾਂ ਤੋਂ ਪੈਸੇ ਲੈ ਲੈਂਦੇ ਨੇ, ਲੇਕਿਨ ਉਹ ਬਿਲਕੁਲ ਵੀ ਫਾਲਸ ਹੈਗੀਆਂ ਚੀਜ਼ਾਂ। ਉਹਨਾਂ ਚੀਜ਼ਾਂ ਦੇ ਬਿਲਕੁਲ ਸਾਨੂੰ ਪਿੱਛੇ ਨਹੀਂ ਜਾਣਾ ਚਾਹੀਦਾ, ਉਹਨਾਂ ਨੂੰ ਨਹੀਂ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈਗਾ। ਔਰ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ, ਜਦੋਂ ਵੀ ਤੁਸੀਂ ਕਿਸੇ ਵਰਕ ਪਰਮਿਟ ਦੀ ਜਾਂ ਇਸ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਦੇਖਦੇ ਹੋ, ਸੋ ਸਭ ਤੋਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਪਰਸਨ ਕੋਲੇ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇਣ ਦਾ ਰਾਈਟ ਹੈ ਜਾਂ ਨਹੀਂ ਹੈ। ਅਗਰ ਕੋਈ ਵਰਕ ਪਰਮਿਟ ਦੀ ਐਡ ਦਿੰਦਾ ਹੈ ਐਜ਼ ਪਰ ਇੰਡੀਅਨ ਲਾ, ਉਹਨੂੰ ਮੈਨ ਪਾਵਰ ਦਾ ਲਾਇਸੈਂਸ ਮੈਂਡੇਟਰੀ ਹੈਗਾ, ਲੇਕਿਨ ਸਾਡੇ ਜਿਹੜੇ ਭਰਾ ਨੇ ਰੋਜ਼ ਪੇਪਰ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਰਹੇ ਨੇ, ਸਾਡੀ ਗਵਰਨਮੈਂਟ ਦਾ ਕੋਈ ਉਹਨਾਂ ਵੱਲ ਧਿਆਨ ਨਹੀਂ ਹੈਗਾ, ਕਿਸੇ ਦੇ ਕੋਲੇ ਮੈਨ ਪਾਵਰ ਦਾ ਲਾਇਸੈਂਸ ਨਹੀਂ ਹੈਗਾ। ਸਭ ਤੋਂ ਜਿਹੜਾ ਅਹਿਮ ਪੁਆਇੰਟ ਹੈਗਾ। ਉਸ ਤੋਂ ਨੈਕਸਟ ਪੁਆਇੰਟ ਮੈਂ ਬਰੀਫ ਛੋਟੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇੱਥੇ, ਜਿਹੜੀ ਕਿ ਜ਼ਿਆਦਾ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਡੇ ਆਫਿਸ ਆ ਕੇ ਜਾਣ ਸਕਦੇ ਹੋ, ਲੈ ਸਕਦੇ ਹੋ ਜਾਣਕਾਰੀ। ਇਸੇ ਤਰ੍ਹਾਂ ਇੱਕ ਜਿਹੜੀ ਵੀ ਗਵਰਨਮੈਂਟ ਤੋਂ ਤੁਸੀਂ ਵਰਕ ਪਰਮਿਟ ਕਰਵਾਉਂਦੇ ਹੋ, ਫੋਰ ਐਗਜ਼ਾਮਪਲ ਕੈਨੇਡਾ ਤੋਂ ਵਰਕ ਪਰਮਿਟ ਆ ਰਿਹਾ ਹੈਗਾ, ਉੱਥੋਂ ਜਿਹੜਾ ਵਰਕ ਪਰਮਿਟ ਆਉਂਦਾ HRTC ਤੋਂ ਅਪਰੂਵ ਹੋ ਕੇ ਆਉਂਦਾ ਹੈਗਾ। ਤੁਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਤੁਹਾਨੂੰ ਦੱਸ ਰਿਹਾ ਉਹ HRTC ਤੋਂ ਆ ਰਿਹਾ ਜਾਂ ਨਹੀਂ ਆ ਰਿਹਾ ਹੈਗਾ। So at the end, ma'am, you say complete thumbs up for Mauritius to our viewers. Is it like that? What message you want to give to our audience at the end? Well, I would like to say that in Mauritius, all our courses that we offer are accredited with our local bodies and with the international bodies that we represent. Let's say, for example, that we represent an institution from the UK. We have to get accreditation from the UK body first, and then from the local body. So we have accreditation from both bodies, and then we can offer the course. So at every step, we are accredited. Thank you so much, ma'am, for sharing your wonderful information and valuable knowledge to our viewers. So I hope ਸਾਰੇ viewers ਨੂੰ ਇਹ information ਬਹੁਤ ਹੀ informative ਲੱਗੀ ਹੋਣੀ ਹੈ। ਇਸ ਤੋਂ ਵੱਧ ਕੇ ਜੇ ਤੁਸੀਂ ਹੋਰ information ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ CICS ਦੇ ਨੰਬਰਾਂ ਤੇ, ਜਿਹੜੇ ਕਿ ਰੈਗੂਲਰ ਫਲੈਸ਼ ਹੋ ਰਹੇ ਨੇ ਸਕਰੀਨ ਤੇ। Thank you so much for being on our show. Thank you.